देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਗੱਲਬਾਤ ਵਾਸਤੇ ਕਿਸਾਨ ਜਦੋਂ ਕਹਿਣ ਤਾਂ ਰੈਡੀ ਹੋ ਤੁਸੀਂ। ਸਾਰੇ ਰੈਡੀ ਹੈ। ਇੱਥੇ ਕੋਈ ਮੁਗਲਾਂ ਦਾ ਰਾਜ ਤਾਂ ਹੈ ਨਹੀਂਗਾ। ਆਪਾਂ ਹੀ ਪ੍ਰਧਾਨ ਮੰਤਰੀ ਬਣਾਉਣੇ, ਆਪਾਂ ਹੀ ਮੁੱਖ ਮੰਤਰੀ ਬਣਾਉਣੇ। ਮੈਂ ਰਾਸ਼ਟਰੀ ਅਧਿਕਸ਼ ਸ਼੍ਰੀ ਜਗਤ ਪ੍ਰਕਾਸ਼ ਨੱਡਾ ਸਾਹਿਬ ਨੂੰ ਜਦੋਂ ਹੁਣ ਜਲੰਧਰ ਗਿਆ ਸੀ, ਮੈਂ ਪੁੱਛਿਆ, ਮੈਂ ਕਿਹਾ ਜੀ ਸਰ, ਜੇ ਕਿਸਾਨ ਜਥੇਬੰਦੀ ਜਾਂ ਕੋਈ ਹੋਰ ਮਿਲਣਾ ਚਾਹਵੇ ਮੁਅੱਜ਼ਜ਼ ਬੰਦਾ ਸਤਿਕਾਰਯੋਗ, ਕਹਿੰਦੇ ਹਾਂ ਮਨ ਹੋਵੇ ਲੈ ਆਓ, ਕਰ ਲਾਂਗੇ। ਤੁਹਾਡੀ ਪਾਰਟੀ ਪੁਰਾਣਾ ਭਾਈਵਾਲ ਅਕਾਲੀ ਦਲ, ਉਹਨਾਂ ਨੇ ਅਸਤੀਫਾ ਦੇ ਦਿੱਤਾ ਇਸ ਮਾਮਲੇ ਤੇ। ਇਸ ਦੌਰ ਦੇ ਵਿੱਚ ਲੱਗਦਾ ਸੀ ਲੋੜ ਬੀਜੇਪੀ ਨੂੰ ਕੀ ਫਰਕ ਪਿਆ, ਪਰ ਮੈਨੂੰ ਇਹ ਮਹਿਸੂਸ ਹੋ ਗਿਆ ਕਿ ਬੀਜੇਪੀ ਨਾ ਹੁੰਦੀ ਤੇ ਮੈਨੂੰ ਸਵਾ ਫਰਸਟ੍ਰੇਸ਼ਨ ਦੇ ਹੰਝੂਆਂ ਦੇ ਕੱਖ ਨਹੀਂ ਸੀ ਲੱਭਣਾ, ਨੰਗ ਭੁੱਖ ਨਾ ਘੁਲਣ ਲੱਗ ਪਿਆ ਸੀ। ਸਭ ਤੋਂ ਜ਼ਿਆਦਾ ਇੰਪ੍ਰੈਸ ਤੇ ਪਿਆਰ ਕਰਦਾ ਕੇਜਰੀਵਾਲ ਸਾਹਿਬ ਨੂੰ। ਕਿਸਾਨੀ ਦਾ ਮੁੱਦਾ ਲਗਾਤਾਰ ਚੱਲ ਰਿਹਾ ਹੈ, ਚਰਚਾਵਾਂ ਹੋ ਰਹੀਆਂ, ਬੈਠਕਾਂ ਹੋ ਰਹੀਆਂ ਨੇ। ਗੱਲਬਾਤ ਕਰਾਂਗੇ, ਮੇਰੇ ਨਾਲ ਹੰਸਰਾਜ ਹੰਸ MP ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਕਈ ਚੀਜ਼ਾਂ ਤੇ ਸਮਝਾਂਗੇ ਇਹਨਾਂ ਤੋਂ। ਹੰਸ ਜੀ, ਸਭ ਤੋਂ ਪਹਿਲਾਂ ਤੁਹਾਡਾ ਘਰ ਜਲੰਧਰ ਦੇ ਬਾਹਰ ਵੀ ਉਹਨਾਂ ਨੇ ਧਰਨਾ ਲਾਇਆ ਹੋਇਆ, ਬੈਰੀਕੇਟਿੰਗਾਂ ਲੱਗ ਗਈਆਂ, ਕਿਸ ਤਰ੍ਹਾਂ ਦੇਖ ਰਹੇ ਚੀਜ਼ਾਂ? ਮੇਰੇ ਤਾਂ ਮਹਿਮਾਨ ਹੀ ਆ, ਮੇਰੇ ਭਾਈ ਆ। ਮੈਂ ਜਿੱਦਣ ਪਹਿਲਾ ਧਰਨਾ ਲੱਗਾ ਮੈਂ ਜਲੰਧਰ ਚਲੇ ਗਿਆ ਸੀ, ਸਭ ਨੂੰ ਵੈਲਕਮ ਕਿਹਾ। ਧਰਨੇ ਦਾ ਮਤਲਬ ਹੁੰਦਾ ਕਿਸੇ ਕੋਈ ਤਕਲੀਫ 'ਚ ਕੌਮ ਜਾ ਰਹੀ ਹੈ ਤੇ ਆਪਣੇ ਹਕੂਕ ਲਈ ਲੜ ਰਹੀ ਹੈ, ਤੇ ਕੋਈ ਗੱਲ ਨਹੀਂ, ਵੀ ਸ਼ੁੱਡ ਟੇਕ ਇਟ ਪੋਜ਼ਿਟਿਵਲੀ ਐਂਡ ਵੈਲਕਮ ਕਹਿਣਾ ਚਾਹੀਦਾ। ਗੱਲਬਾਤ ਵਾਸਤੇ ਕਿਸਾਨ ਜਦੋਂ ਕਹਿਣ ਤਾਂ ਰੈਡੀ ਹੋ ਤੁਸੀਂ? ਸਾਰੇ ਰੈਡੀ ਹੈ। रात्रि कृषि मंत्री माननीय तोमर साहब ने भी बात की है, मीडिया में की है, और सब रेडी है। खुला है दरवाज़ा, हर वक्त खुला है। ਤੁਸੀਂ ਕਹਿ ਰਹੇ ਕਿ ਬਿੱਲ ਅੱਛਾ ਹੈ, PM ਸਾਹਿਬ ਵੀ ਕਹਿ ਰਹੇ ਨੇ, ਕ੍ਰਿਸ਼ੀ ਮੰਤਰੀ ਵੀ ਕਹਿ ਰਹੇ ਨੇ, ਪਰ ਕਿਸਾਨ ਜਿਹੜੇ ਬੈਠੇ ਨੇ ਉਹ ਕਹਿ ਰਹੇ ਕਿ ਸਾਤੋਂ ਪੁੱਛੇ ਬਿਨਾਂ ਲਿਆਤਾ ਹੈ, ਸਾਨੂੰ ਲੋੜ ਨਹੀਂ ਦੀ, ਵਾਪਸ ਲੈ ਜਾਓ। ਗੁੰਮਰਾਹ ਹੋ ਰਿਹਾ ਹੈ ਕਿਸਾਨ, ਜਾਂ ਸਰਕਾਰ ਸਮਝਾ ਨਹੀਂ ਪਾਈ? ਪੰਜਾਬੀ ਬਹੁਤ ਸਮਝਦਾਰ ਹੈ, ਉਹਨਾਂ ਨੂੰ ਉਹ ਨਾ ਸਮਝ ਕੌਮ ਨਹੀਂ ਹੈ, ਲੇਕਿਨ ਸਿਰਫ ਇੰਨਾ ਆ ਕਿ ਗੈਪ ਹੈ, ਕਮਿਊਨੀਕੇਸ਼ਨ ਗੈਪ ਇਹਨੂੰ ਕਹਿ ਸਕਦੇ ਹਾਂ। ਜੇ ਹੁਣ ਵੀ ਕੋਈ ਕ੍ਰਿਸ਼ੀ ਮੰਤਰੀ ਸਾਹਿਬ ਨੂੰ ਮਿਲਣਾ ਚਾਹਵੇ ਜਾਂ ਸ਼੍ਰੀ ਜਗਤ ਪ੍ਰਕਾਸ਼ ਨੱਡਾ ਸਾਹਿਬ ਸਾਡੇ ਰਾਸ਼ਟਰੀ ਅਧਿਕਸ਼ ਆ, ਉਹਨਾਂ ਨੂੰ ਮਿਲਣਾ ਚਾਹਣ, ਅਤੇ ਮੈਨੂੰ ਲੱਗਦਾ ਕਿ ਮੈਂ ਸਭ ਤੋਂ ਘੱਟ ਪਾਵਰਫੁਲ ਆਦਮੀ ਲਾ ਲਓ, ਸਿੰਪਲ ਸਾਦਾ MP ਹਾਂ, ਮੈਂ ਇਹ ਕੰਮ ਕਰ ਸਕਦਾ, ਮਤਲਬ ਬਿਲਕੁਲ ਕਰ ਸਕਦਾ, ਮੈਂ ਕੌਨਫੀਡੈਂਸ ਨਾਲ ਕਹਿ ਰਿਹਾ। ਤੋਮਰ ਸਾਹਿਬ ਵੀ ਗੱਲ ਕਰਨਗੇ, ਔਰ ਇਹ ਅੱਜ ਨਹੀਂ ਮੈਂ ਕਹਿ ਰਿਹਾ, ਕਈ ਵਾਰੀ ਤਾਂ ਅੰਡਰ ਪ੍ਰੈਸ਼ਰ ਹੁੰਦਾ। ਜਦੋਂ ਸ਼ੁਰੂ ਹੀ ਹੋਇਆ ਸੀ ਮੈਂ ਜਲੰਧਰ ਜਾ ਕੇ ਕਿਹਾ ਸੀ, ਲੇਕਿਨ ਹੁਣ ਪ੍ਰੋਬਲਮ ਤਾਂ ਇਹ ਹੈ ਕਿ ਸਾਨੂੰ ਚਾਹੀਦਾ ਅਸੀਂ ਗੁਰੂ ਨਾਨਕ ਸਾਹਿਬ ਦੀ ਤਾਲੀਮ ਨੂੰ ਸਮਝੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਲੀਮ ਨੂੰ ਸਮਝੀਏ, ਜਾਂ ਜਿੰਨੇ ਵੀ ਸਾਡੇ ਗੁਰੂ ਪੀਰ ਆ, ਉਹਨਾਂ ਨੇ ਨਿਮਰਤਾ ਲਈ ਪ੍ਰੇਰਿਆ ਸਾਨੂੰ। ਨਿਵੇਂ ਸੋ ਗੌਰਾ ਹੋਏ, 10 ਗੱਦੀਆਂ ਦਾ ਨਿਚੋੜ ਇਹ ਕੱਢ ਗਿਆ ਕਿ ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਓ। ਕੌਮਾਂ 'ਤੇ ਔਲੀਆਂ ਆਉਂਦੀਆਂ ਰਹੀਆਂ, ਕੌਮਾਂ ਹੱਕਾਂ ਨਾਲ ਲੜਦੀਆਂ ਰਹੀਆਂ, ਲੜਦੀਆਂ ਰਹਿਣਗੀਆਂ, ਲੇਕਿਨ ਨਿਮਰਤਾ ਨਾਲ, ਮੁਹੱਬਤ ਨਾਲ, ਆਪਣੀ ਵੋਕੈਬਲਰੀ, ਸ਼ਬਦਾਵਲੀ ਇਸ ਤਰ੍ਹਾਂ ਦੀ ਨਾ ਹੋਵੇ ਕਿ ਉਹਦੇ 'ਚੋਂ ਹੰਕਾਰ ਜਾਂ ਸਿਰਫ ਕਰੋਧ ਹੀ ਚੱਲ ਕੇ। ਮਸਲਨ ਕੋਈ ਬੰਦਾ ਅਗਰ ਕਿਸੇ ਐਜੀਟੇਸ਼ਨ ਵਿੱਚ ਜਾਂ ਪ੍ਰੋਟੈਸਟ ਵਿੱਚ ਸ਼ਾਮਿਲ ਹੁੰਦਾ ਤਾਂ ਗੁੱਡ ਲੱਕ ਟੂ ਹਿਮ, ਉਹ ਆਪਣੇ ਚੰਗਾ ਕਰ ਰਿਹਾ, ਉਹਨੂੰ ਇਹ ਸਮਝ ਲੱਗ ਰਿਹਾ ਕਿ ਮੈਨੂੰ ਸਪੋਰਟ ਕਰਨੀ ਚਾਹੀਦੀ ਹੈ। ਪਰ ਜਿਹੜਾ ਉਹਦੇ ਵਿੱਚ ਨਹੀਂ ਸ਼ਾਮਿਲ ਹੋਇਆ, ਜੇ ਉਹਦੀ ਕੋਈ ਮਜਬੂਰੀ ਹੈ ਤਾਂ ਉਹਨੂੰ ਉੱਥੇ ਖੜ੍ਹੇ ਹੋ ਕੇ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ। ਫੋਰ ਐਗਜ਼ਾਮਪਲ, ਮੈਂ ਮੰਦਿਰ ਜਾਂਦਾ, ਮੈਨੂੰ ਮੰਦਿਰ 'ਚ ਜਾਣ ਦਾ ਫਲ ਮਿਲੇਗਾ, ਅਤੇ ਜੇ ਮੈਂ ਅਜੇ ਗੇਟ 'ਤੇ ਵੀ ਨਹੀਂ ਪਹੁੰਚਿਆ ਅਤੇ ਗਾਲਾਂ ਕੱਢਦਾ ਵੀ ਸਾਰਾ ਸ਼ਹਿਰ ਹੀ ਨਾਸਤਕ ਆ, ਉਹ ਫਲਾਨਾ ਬੜਾ ਭੈੜਾ, ਉਹ ਮੰਦਿਰ ਨੂੰ ਵੈਸੇ ਹੀ ਨਹੀਂ ਠੀਕ ਸਮਝਦਾ, ਜਾਂ ਉਹ ਮੰਨਦਾ ਹੀ ਨਹੀਂ, ਜਾਂ ਤੁਸੀਂ ਗਾਲੀ ਗਲੋਚ ਕਰਦਾ, ਜੇ ਮੱਥਾ ਵੀ ਨਹੀਂ ਟੇਕਿਆ ਮੰਦਿਰ 'ਚ। ਕਈ ਲੋਕ ਪਹਿਲੇ ਦਿਨ ਹੀ ਜਾਂਦੇ ਆ, ਮਾਈਕ ਫੜਿਆ, ਦੇ ਗਾਲਾਂ 'ਤੇ ਗਾਲਾਂ, ਫਲਾਨਾ ਗਾਉਣ ਵਾਲਾ ਨਹੀਂ ਆਇਆ, ਟਮਕਾਨਾ ਨਹੀਂ ਆਇਆ। ਭਾਈ ਤੁਸੀਂ ਆਏ ਹੋ, ਤੁਹਾਨੂੰ ਇਹਦਾ ਜਸ ਮਿਲੇਗਾ,
ਔਰ ਤੁਸੀਂ ਚੰਗੇ ਰਹੋਗੇ। ਕੋਈ ਗੱਲ ਨਹੀਂ, ਤੁਸੀਂ ਆਪਣੀ ਗੱਲ ਕਰੋ, ਹੱਕਾਂ ਦੀ ਗੱਲ ਕਰੋ। ਜਦੋਂ ਤੁਸੀਂ ਗਾਲੀ ਗਲੋਚ ਕਰਦੇ ਆ ਉਦੋਂ ਕੋਈ ਇੱਥੇ ਕੋਈ ਮੁਗਲਾਂ ਦਾ ਰਾਜ ਤਾਂ ਹੈ ਨਹੀਂ ਗਾ। ਆਪਾਂ ਹੀ ਪ੍ਰਧਾਨ ਮੰਤਰੀ ਬਣਾਉਂਦੇ ਹਾਂ, ਆਪਾਂ ਹੀ ਮੁੱਖ ਮੰਤਰੀ ਬਣਾਉਂਦੇ ਹਾਂ। ਜਦ ਉਹ ਕਹਿ ਰਹੇ ਆ ਕਿ ਸਾਡੇ ਦਰਵਾਜ਼ੇ ਖੁੱਲ੍ਹੇ ਆ ਤੇ ਮਿਲ ਲੈਣਾ ਚਾਹੀਦਾ, ਕੋਈ ਹਰਜ ਨਹੀਂ। ਚਾਹੀਦਾ। ਕਾਂਗਰਸ ਸਰਕਾਰ ਬਾਰ-ਬਾਰ ਇਹਨੂੰ ਕਹਿ ਰਹੀ ਹੈ ਕਿ ਸੈਂਟਰ ਜਿਹੜਾ ਹੈ ਕਿਸਾਨ ਵਿਰੋਧੀ ਹੈ। ਇੱਕ ਰਾਜਪਾਲ ਨੂੰ ਵੀ ਆਪਣਾ ਬਿੱਲ ਬਣਾ ਕੇ ਭੇਜਿਆ, ਹੁਣ ਰਾਸ਼ਟਰਪਤੀ ਨੂੰ ਮਿਲਣ ਆ ਰਹੇ ਨੇ ਸਾਰੇ 4 ਤਰੀਕ ਨੂੰ ਦਿੱਲੀ ਦੇ ਵਿੱਚ, ਤੇ ਇਹ ਕਹਿ ਰਹੇ ਨੇ ਕਿ ਅਸੀਂ ਇਹ ਰਾਸ਼ਟਰਪਤੀ ਨੂੰ ਕਹਿਣਾ ਕਿ ਇਹਨੂੰ ਵਾਪਸ ਕਰ ਬਿੱਲ ਨੂੰ। ਜਿੱਥੇ ਤੱਕ ਬਾਕੀ ਪਾਰਟੀਆਂ ਦਾ ਹੁੰਦਾ ਉਹ ਤਾਂ ਉਹਨਾਂ ਦੀ ਤਾਂ ਖਵਾਇਸ਼ ਤਾਂ ਹਰ ਪਾਰਟੀ ਦੀ ਹੁੰਦੀ ਹੈ ਨਾ। ਜਿਨ੍ਹਾਂ ਦਾ ਆਲਰੇਡੀ ਰਾਜ ਆ ਉਹਨਾਂ ਦੀ ਖਵਾਇਸ਼ ਹੁੰਦੀ ਹੈ ਕਿ ਰਿਪੀਟ ਹੋ ਜਾਏ। ਜਿਹੜੇ ਨਹੀਂ ਪਾਵਰ 'ਚ ਆਏ ਉਹ ਪਾਵਰ 'ਚ ਆਉਣ ਲਈ ਹੱਥ ਪੱਲਾ ਮਾਰਦੇ ਆ। ਲੇਕਿਨ ਇਹਨੂੰ ਸਿਆਸਤ ਤੋਂ ਉੱਪਰ ਉੱਠ ਕੇ ਇਸ ਅੱਗ ਨੂੰ ਬੁਝਾਉਣਾ ਚਾਹੀਦਾ। ਮੇਰਾ ਜ਼ਾਤੀ ਖਿਆਲ ਹੈ ਕਿ ਪੰਜਾਬ 'ਚ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਇਹ ਮੁਹੱਬਤ ਆਸ਼ਕਾਂ ਸੰਗੀਤ ਲਈ ਫਕੀਰਾਂ ਪੀਰਾਂ ਫਕੀਰਾਂ ਦੀ ਧਰਤੀ ਹੈ। ਇੱਥੇ ਢੋਲ ਦੇ ਡਗੇ ਵੱਜਣ, ਗਾਣੇ ਸ਼ਾਣੇ ਹੀਰ ਬਾਬਾ ਵਾਰਿਸ ਸ਼ਾਹ ਦੀ ਗਾਈ ਜਾਵੇ, ਇਹ ਇਹਨਾਂ ਕੰਮਾਂ ਲਈ ਸੀ। ਹਾਂ, ਜੇ ਕੋਈ ਮੁਗਲਾਂ ਮਗਲਾਂ ਦਾ ਕੁਝ ਦੁਬਾਰਾ ਅਬਦਾਲੀ ਸ਼ਬਦਾਲੀ ਆਵੇ ਤਾਂ ਫਿਰ ਉਹਦੇ ਲਈ ਅਸੀਂ ਵੀ ਵਾਜੇ ਵੂਜੇ ਪੈਕ ਕਰਕੇ ਚੱਕ ਲਾਂਗੇ ਤਲਵਾਰਾਂ। ਹੁਣ ਤਾਂ ਆਪਾਂ ਹੀ ਤਾਂ ਬਣਾਏ ਆ ਬੰਦੇ, ਆਪਾਂ ਕਿਉਂ ਇੰਨਾ ਖਿਜੇ ਹੋਏ ਹਾਂ? ਕੋਈ ਗਲਤੀ ਫਲਤੀ ਇਨਸਾਨ ਆ, ਕੋਈ ਰਹਿ ਗਈ ਕਮੀ ਪੇਸ਼ੀ, ਤੁਹਾਨੂੰ ਬੈਠ ਕੇ ਪਰ ਅੱਜ ਸਾਰੀਆਂ ਚੀਜ਼ਾਂ ਨਿਬੜ ਜਾਂਦੀਆਂ। ਇੰਟਰੈਕਸ਼ਨ ਜਿਹੜੀ ਵਾਦ ਸੰਵਾਦ ਆ ਉਹਦੇ 'ਚੋਂ ਬਹੁਤ ਕੁਛ ਨਿਕਲ ਆਉਂਦਾ। ਅਤੇ ਜੇ ਆਪਾਂ ਕਹਾਂਗੇ ਕਿ ਉਹ ਤਾਂ ਮਿਲਦੇ ਹੀ ਨਹੀਂ, ਆਉਂਦੇ ਹੀ ਨਹੀਂ, ਅਤੇ ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਮੈਂ ਇੱਕੋ ਵਾਰੀ ਬੇਨਤੀ ਕੀਤੀ ਕ੍ਰਿਸ਼ੀ ਮੰਤਰੀ ਸਾਹਿਬ ਨੂੰ, ਜੋ ਫਲਾਂ ਚੈਨਲ 'ਤੇ ਇੱਦਾਂ ਕਰੋ, ਪੰਜਾਬੀਆਂ ਲਈ ਬੜਾ ਉਹ ਹੈਗਾ। 1 ਮਿੰਟ 'ਚ ਉਹਨਾਂ ਨੇ ਕਿਹਾ ਹਾਂ ਹਾਂ ਕਰਦੇ ਹਾਂ ਇੰਟਰਵਿਊ। ਮੈਂ ਰਾਸ਼ਟਰੀ ਅਧਿਅਕਸ਼ ਸ਼੍ਰੀ ਜਗਤ ਪ੍ਰਕਾਸ਼ ਨੱਡਾ ਸਾਹਿਬ ਨੂੰ ਜਦੋਂ ਹੁਣ ਜਲੰਧਰ ਗਿਆ ਸੀ, ਮੈਂ ਪੁੱਛਿਆ, ਮੈਂ ਕਿਹਾ ਜੀ ਸਰ, ਜੇ ਕਿਸਾਨ ਜਥੇਬੰਦੀ ਜਾਂ ਕੋਈ ਹੋਰ ਮਿਲਣਾ ਚਾਹਵੇ ਮੁਅੱਜ਼ਜ਼ ਬੰਦਾ ਸਤਿਕਾਰਯੋਗ, ਤੇ ਕਹਿੰਦੇ ਹਾਂ ਮਨ ਹੋਵੇ ਲੈ ਆਓ, ਆਪਾਂ ਕਰ ਲਾਂਗੇ। ਤੁਸੀਂ ਦੱਸੋ ਮੈਨੂੰ, ਬੀਜੇਪੀ 'ਚ ਸਭ ਤੋਂ ਵੱਡਾ ਪ੍ਰਧਾਨ ਹੁੰਦਾ ਹੈ, ਅਧਿਅਕਸ਼ ਹੁੰਦਾ ਹੈ, ਅਤੇ ਉਹਨਾਂ ਨੇ PM ਸਾਹਿਬ ਨੂੰ ਵੀ ਤਾਂ ਮਿਲਾ ਹੀ ਦੇਣਾ ਸੀ ਜੇ ਇੱਥੇ ਤੱਕ ਹੋ ਜਾਏ। ਜੇ ਮੇਰੇ ਵਰਗਾ ਐਡਾ ਵਿਚਾਰਾ ਕਮਜ਼ੋਰ ਜਿਹਾ ਬੰਦਾ ਇਹ ਕੰਮ ਕਰ ਸਕਦਾ, ਪਰ ਉੱਥੇ ਵਿਚੋਲਾ ਵੀ ਤਾਂ ਵੱਡਾ ਚਾਹੀਦਾ ਨਾ। ਕਰੀਏ ਕੀ? ਉਹ ਦੇ ਗਾਲਾਂ 'ਤੇ ਗਾਲਾਂ। ਮਤਲਬ ਫਿਰ ਮੈਂ ਇੱਦਾਂ ਦਾ ਵੀ ਮੇਰੀ ਨੇਚਰ ਹੈ ਨਹੀਂ ਗੀ ਕਿ ਨਹੀਂ ਮੈਨੂੰ ਇੱਕ ਉੱਥੇ ਸਾਡੇ ਪਿੰਡ ਕੋਈ ਧਾਰਮਿਕ ਜਗ੍ਹਾ ਬਣਨ ਲੱਗੀ ਸੀ, ਉੱਥੇ ਲੜਾਈ ਹੋ ਗਈ ਤਾਂ ਉਹ ਗਾਲੀ ਗਲੋਚ ਕਰਨ ਲੱਗ ਪਏ। ਮੇਰੇ ਪਿਤਾ ਜੀ ਕਹਿੰਦੇ ਬੇਟਾ ਚੰਗੇ ਕੰਮ 'ਚ ਕੋਈ ਗੱਲ ਨਹੀਂ, ਗਾਲਾਂ ਗੂਲਾਂ ਵੀ ਪੈਂਦੀਆਂ ਹੁੰਦੀਆਂ। ਮੈਂ ਕਿਹਾ ਮੈਂ ਚੰਗੇ ਕੰਮ ਘੱਟ ਹੀ ਕਰਨੇ ਆ। ਫਿਰ ਮੈਂ ਮੈਂ ਕਿਉਂ ਗਾਲਾਂ ਖਾਵਾਂ? ਮੇਰੇ ਤੋਂ ਜੇ ਕਿਸੇ ਦਾ ਫਾਇਦਾ ਨਹੀਂ ਹੁੰਦਾ ਤਾਂ ਇਹ ਅਰਦਾਸ ਜ਼ਰੂਰ ਕਰਦਾ ਨੁਕਸਾਨ ਨਾ ਹੋਵੇ। ਮਤਲਬ ਬਿਨਾਂ ਗੱਲ ਤੋਂ ਕਿਉਂ ਗਾਲਾਂ ਕਿਸੇ ਦੀਆਂ ਖਾਈਏ? ਖਾਣੇ ਜਦੋਂ ਆਪਣੀ ਬਾਲ ਕੇ ਸਿੱਖੀ ਆ, 1 ਮੈਨ ਸ਼ੋਅ ਆ, ਅਤੇ ਫਿਰ ਗਾਲਾਂ ਕਿਉਂ ਖਾਈਏ ਕਿਸੇ ਤੋਂ? ਅਸੀਂ ਕਿਸੇ ਦੇ ਰਵਾਦਾਰ ਥੋੜ੍ਹੀ ਆ। ਸੰਗਤ ਦੀ ਇੱਜ਼ਤ ਕਰਨੀ ਚਾਹੀਦੀ ਹੈ। ਲੇਕਿਨ ਜਿਹੜਾ ਬੰਦਾ ਇਸ ਟਾਈਪ ਦਾ ਹੈ, ਜਿਹਨੂੰ ਖਾਮ-ਖਾ ਮਤਲਬ ਉਹ ਆਦਤ ਹੀ ਬਣ ਗਈ ਲੋਕਾਂ ਦੀ, ਅਤੇ ਉਹਦੇ ਲਈ ਫਿਰ ਬੰਦਾ ਸਾਡੇ ਵਰਗਾ, ਮੈਂ ਤਾਂ ਮਾਯੂਸ ਹੋ ਜਾਂਦਾ, ਉਦਾਸ ਹੋ ਜਾਂਦਾ ਕਿ ਯਾਰ ਕੱਲ੍ਹ ਹੀ ਮੱਥਾ ਮਾਰਨਾ, ਆਪਣਾ ਥੋੜ੍ਹਾ ਜਿਹਾ ਜੀਵਨ ਆ। ਜੇ ਮੁਹੱਬਤ ਕੋਈ ਕਰਦਾ ਤਾਂ ਮੁਹੱਬਤ ਕਰ, ਜੇ ਕੋਈ ਹੁਣ ਨਫ਼ਰਤ ਹੀ ਕੋਈ ਕਰੀ ਜਾਂਦਾ ਤਾਂ ਤੂੰ ਫੇਰ ਵੀ ਮੁਹੱਬਤ ਹੀ ਕਰੀ ਜਾ ਬਸ। ਤੁਸੀਂ ਕਹਿ ਰਹੇ ਕਿ ਗਾਲਾਂ ਕੱਢ ਰਹੇ ਨੇ, ਸਭ ਚੀਜ਼ਾਂ ਕਰ ਰਹੇ ਨੇ, ਉਹ ਕਿਸਾਨ ਨੇ ਜਾਂ ਕੋਈ ਪੋਲੀਟੀਕਲ ਬੈਠੇ ਹੋਏ ਨੇ? ਦੇਖੋ, ਜਿਹੜਾ ਕਿਸਾਨ ਹੁੰਦਾ ਨਾ, ਉਹ ਕਿਸਾਨ ਕਿਸਾਨੀ ਤੋਂ, ਖੇਤੀਬਾੜੀ ਤੋਂ, ਹਲ ਵਾਹੁਣ ਤੋਂ ਬਣਦਾ। ਜਿਹੜਾ ਮਿੱਟੀ 'ਚ ਮਿੱਟੀ ਬੰਦਾ ਹੁੰਦਾ, ਉਹ ਦਿਲੋਂ ਮੈਲਾ ਨਹੀਂ ਹੁੰਦਾ ਕਦੀ। ਅਤੇ ਜੇ ਜ਼ਮੀਨ ਵਾਹੁਣ ਵਾਲਾ ਹੀ ਕਿਸਾਨ ਹੋ ਸਕਦਾ ਤਾਂ ਮੈਂ ਵੀ ਕਿਸਾਨ ਦਾ ਹੀ ਪੁੱਤ ਹਾਂ। ਮੇਰਾ ਪਿਓ ਵੀ ਪੌਲੀ 'ਤੇ ਲੈ ਕੇ ਠੇਕੇ 'ਤੇ ਲੈ ਕੇ ਜ਼ਮੀਨ ਵਾਹੁੰਦਾ ਸੀ, ਮੇਰੇ ਕੋਲ ਵੀ ਆਪਣੀ ਜ਼ਮੀਨ ਹੈ। ਮੈਨੂੰ ਇਹ ਪਤਾ ਕਿ ਭੋਲੇ ਭਾਲੇ ਲੋਕ ਆ, ਉਹ ਕਿਸੇ ਨੂੰ ਗਾਲੀ ਗਲੋਚ ਨਹੀਂ ਕਰਦੇ। ਪਰ ਕਈ ਲੋਕ ਵਿੱਚ ਪਤਾ ਨਹੀਂ ਉਹਨਾਂ ਨੂੰ ਕੀ ਕਹੀਏ, ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ, ਹੁਣ ਮੀਡੀਆ ਹੀ ਇੰਨਾ, ਚੈਨਲ ਇੰਨੇ ਆ,
ਹਰ ਬੰਦਾ ਜਿਹਨੂੰ ਮਾਈਕ ਫੜਦਾ ਦੇ ਗਾਲਾਂ ਤੇ ਗਾਲਾਂ, ਮਤਲਬ ਪਤਾ ਨਹੀਂ ਕੀ ਕਿੰਨਾ ਕੁ ਗੁੱਸਾ ਭਰਿਆ ਹੋਇਆ ਅੰਦਰ। ਇਹ ਕੁਝ ਇਹਦੇ ਨਾਲ ਕੁਝ ਹਾਸਿਲ ਨਹੀਂ ਹੋਣਾ। ਮੈਂ ਇਹ ਕਹਿਣਾ ਚਾਹੁੰਦਾ ਕਿ ਮੁਹੱਬਤ ਐਸੀ ਚੀਜ਼ ਹੈ ਜਿਹੜੀ ਹਰ ਚੀਜ਼ ਨੂੰ ਹਾਸਿਲ ਕਰ ਸਕਦੀ। ਨਫ਼ਰਤ ਐਸੀ ਚੀਜ਼ ਹੈ, ਆਪਣੇ ਆਪ ਨੂੰ ਵੀ ਖੂਨ ਸਾੜੋਗੇ ਤੇ ਪੱਲੇ ਕੱਖ ਵੀ ਨਹੀਂ ਪੈਣਾ, ਕੁਛ ਵੀ ਨਹੀਂ ਪੈਣਾ ਪੱਲੇ। ਜਿੰਨੀ ਦੇਰ ਕਰੋਧ ਆ, ਹਉਮੈ ਆ, ਹੰਕਾਰ ਆ, ਕੁਛ ਹਾਸਿਲ ਨਹੀਂ ਹੋਣਾ। ਜਦੋਂ ਹਿਰਦੇ 'ਚ ਪਿਆਰ ਹੋ ਜਾਏਗਾ, ਅਗਲਾ ਮੋਹਮ ਹੋ ਜਾਏਗਾ। ਇਹਦੇ ਨਾਲ ਹੀ ਜੁੜਿਆ ਸਵਾਲ ਹੈ, ਤੁਹਾਡੀ ਪਾਰਟੀ ਪੁਰਾਣਾ ਭਾਈਵਾਲ ਅਕਾਲੀ ਦਲ, ਉਹਨਾਂ ਨੇ ਅਸਤੀਫਾ ਦੇ ਦਿੱਤਾ ਇਸ ਮਾਮਲੇ 'ਤੇ। ਕੀ ਲੱਗਦਾ ਸੀ ਕਿ ਇਸ ਵਕਤ ਅਕਾਲੀ ਦਲ ਨੂੰ ਵਿਚੋਲੀਆ ਬਣ ਕੇ ਤੁਹਾਡੇ ਨਾਲ ਖੜੇ ਰਹਿਣਾ ਚਾਹੀਦਾ ਸੀ ਪਾਰਟੀ ਨਾਲ, ਕਿਉਂਕਿ ਉਹ ਗਰਾਊਂਡ 'ਚ ਜੁੜੇ ਹੋਏ ਸੀਗੇ। ਬੀਜੇਪੀ ਭਾਵੇਂ ਸ਼ਹਿਰੀ ਇਲਾਕਿਆਂ 'ਚ ਲੜਦੀ ਸੀਗੀ, ਇਸ ਦੌਰ ਦੇ ਵਿੱਚ ਲੱਗਦਾ ਸੀ ਲੋੜ ਸੀ। कहते ना दिल की चोटों ने कभी चैन से रहने ना दिया, जब चली सर्द हवा मैंने तुम्हें याद किया, रोना इस बात का नहीं क्यों तूने किया बर्बाद, रोना तो इस बात का है बहुत देर से बर्बाद किया। बीजेपी पार्टी ऐसी है, वो कहती मेरे शौक ਦਾ ਨੇ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ। ਐਵੇਂ ਲੜਨ ਬਹਾਨੇ ਲੱਭਣਾ ਹੈ, ਕੀ ਤੂੰ ਸੋਚਣਾ ਹੈ ਸਿਤਮਗਾਰ ਆ ਜਾ। ਭਾਵੇਂ ਹਿਜਰ ਤੇ ਭਾਵੇਂ ਵਸਾਲ ਹੋਵੇ, ਵੱਖੋ ਵੱਖ ਦੋਵਾਂ ਦੀਆਂ ਲਜ਼ਤਾਂ ਨੇ। ਜੇ ਜਾਣਾ ਏ ਤੇ ਮੇਰੇ ਸੋਹਣਿਆ ਜਾ ਹਜ਼ਾਰ ਵਾਰੀ, ਜੇ ਆਉਣਾ ਤੇ ਲੱਖ ਵਾਰ ਆ ਜਾ। ਕਿੱਡੀ ਸੋਹਣੀ ਗੱਲ ਹੈ, ਮੇਰੇ ਸੋਹਣਿਆ ਜਾ ਹਜ਼ਾਰ ਵਾਰੀ, ਜੇ ਆਉਣਾ ਤੇ ਲੱਖ ਵਾਰ ਆ ਜਾ। ਬੀਜੇਪੀ ਨੂੰ ਕੀ ਫਰਕ ਪੈਂਦਾ, ਬੜੀ ਵੱਡੀ ਪਾਰਟੀ ਹੈ, ਇੰਡੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਲੇਕਿਨ ਜੇ ਭਾਈ ਬਣ ਕੇ ਰਹਿਣ, ਕਿਉਂਕਿ ਮੇਰਾ ਜਿੱਥੇ ਤੱਕ ਤਾਲੁਕ ਹੈ ਜ਼ਾਤੀ, ਮੈਂ ਤਾਂ ਸਾਰੀ ਪਾਰਟੀਆਂ ਦਾ ਸਾਂਝਾ ਬੰਦਾ। ਮੈਂ ਅਕਾਲੀ ਵੀ ਹਾਂ, ਕਾਂਗਰਸੀ ਵੀ ਹਾਂ, ਬੀਜੇਪੀ ਵੀ ਹਾਂ, ਲੇਕਿਨ ਮੇਰੀ ਇੱਕੋ ਹੀ ਖੂਬਸੂਰਤੀ ਹੈ, ਮੈਂ ਜਿਸ ਪਾਰਟੀ 'ਚ ਵੀ ਰਿਹਾ ਉਹਦੇ ਲਈ ਲੋਇਲ ਰਿਹਾ। ਔਰ ਮੈਨੂੰ ਇਹ ਮਹਿਸੂਸ ਹੋ ਗਿਆ ਕਿ ਬੀਜੇਪੀ ਨਾ ਹੁੰਦੀ ਅਤੇ ਮੈਨੂੰ ਸਵਾ ਫਰਸਟ੍ਰੇਸ਼ਨ ਦੇ, ਹੰਝੂਆਂ ਦੇ ਕੱਖ ਨਹੀਂ ਸੀ ਲੱਭਣਾ। ਨੰਗ ਭੁੱਖ ਨਾਲ ਘੁਲਣ ਲੱਗ ਪਿਆ ਸੀ ਮੈਂ। ਇਹ ਬੀਜੇਪੀ ਹੀ ਹੈ, ਇਹ ਸਾਡੀ ਪਾਰਟੀ ਹੈ ਜਿਹਨੇ ਇੱਥੇ ਲਿਆ ਕੇ ਪਹਿਲਾਂ ਮੈਨੂੰ ਚੇਅਰਮੈਨ ਲਾਇਆ, ਉਹ ਵੀ MOS ਦਾ ਵੀ ਨਾਲ ਸੀਗਾ ਪੋਰਟਫੋਲੀਓ। ਫਿਰ ਇਲੈਕਸ਼ਨ ਲੜਾਇਆ ਅਤੇ ਤੁਸੀਂ ਇਹ ਦੇਖ ਲਓ ਕਿ ਅਗਲਿਆਂ ਨੇ ਕਿਹਾ ਕਿ ਇਹਨੂੰ MP ਬਣਾ ਲਓ, ਲੇਕਿਨ ਇਹਦੀ ਤਲਾਸ਼ੀ ਲੈ ਲਿਓ, ਇਹਦੀ ਕੋਈ ਬਾਹਲਾ ਪੈਸਾ ਪੂਸਾ ਨਹੀਂ ਖਰਚਣਾ ਹੋਣਾ ਚਾਹੀਦਾ, ਕੋਈ ਪੈਸਾ ਨਹੀਂ ਚਾਹੀਦਾ, ਲੇਕਿਨ MP ਬਣਾਓ। ਅਤੇ ਉੱਥੇ ਜਦੋਂ ਇਲੈਕਸ਼ਨ ਹਾਰ ਜਾਈਦਾ ਸੀ, ਕਹਿੰਦੇ ਤਲਾਸ਼ੀ ਲਓ, ਕੋਈ ਬਚਿਆ ਤਾਂ ਨਹੀਂ ਪੈਸਾ ਜੇਬ 'ਚ। ਇਹ ਫਰਕ ਆ ਬਾਕੀ ਪਾਰਟੀਆਂ ਦਾ ਤੇ ਬੀਜੇਪੀ ਦਾ। ਸੋ ਮੇਰੇ ਲਈ ਤਾਂ ਇਹ ਬੜੀ ਚੰਗੀ ਪਾਰਟੀ ਹੈ। ਦਿੱਲੀ ਦੀ ਗੱਲ ਕਰ ਲਈਏ, ਦਿੱਲੀ 'ਚ ਤੁਹਾਡਾ ਜਿਹੜਾ ਏਰੀਆ ਉਹਦੇ ਵਿੱਚ ਵੀ ਕੁਝ ਖੇਤੀ ਹੁੰਦੀ ਹੈ। ਕੇਜਰੀਵਾਲ ਬਾਰ-ਬਾਰ ਕਹਿ ਰਹੇ ਨੇ, ਕੇਜਰੀਵਾਲ ਦੇ ਮੰਤਰੀ ਜਰਨੈਲ ਸਿੰਘ ਵੀ ਕਹਿ ਰਹੇ ਨੇ, ਪ੍ਰਭਾਰੀ ਜਿਹੜੇ ਆਮ ਆਦਮੀ ਪਾਰਟੀ, ਕਿ ਦਿੱਲੀ ਸਵਾਮੀਨਾਥਨ ਦਿੰਦੇ ਨੇ ਅਸੀਂ ਕਿਸਾਨਾਂ ਨੂੰ, ਕਿਸਾਨਾਂ ਦੀ ਫਸਲ ਖਰਾਬ ਹੋ ਜਾਏ ਤਾਂ ਉਹਨਾਂ ਨੂੰ ਮੁਆਵਜ਼ਾ ਸਭ ਤੋਂ ਬਾਅਦ ਇੰਡੀਆ ਦਿੱਤਾ ਜਾਂਦਾ ਹੈ, ਅਤੇ ਦਿੱਲੀ ਦੇ ਕਿਸਾਨ ਨੂੰ ਕੋਈ ਟੈਨਸ਼ਨ ਨਹੀਂ ਹੈ, ਕੋਈ ਸੜਕਾਂ 'ਤੇ ਨਹੀਂ ਹੈ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ, ਸਭ ਤੋਂ ਵਧੀਆ ਅਸੀਂ ਚਲਾ ਰਹੇ ਨੇ। ਤੁਸੀਂ ਤਾਂ ਗਰਾਊਂਡ 'ਚ ਦੇਖਦੇ ਹੋਣੇ, ਹੈ ਸੱਚਾਈ? ਮੈਂ ਸਭ ਤੋਂ ਜ਼ਿਆਦਾ ਇੰਪਰੈਸ ਅਤੇ ਪਿਆਰ ਕਰਦਾ ਕੇਜਰੀਵਾਲ ਸਾਹਿਬ ਨੂੰ। ਪੁੱਛੋ ਕਿਉਂ? ਲੋਕਡਾਊਨ ਅਨਾਉਂਸ ਹੋਇਆ, ਲੰਗਰ ਖਿਲਾ ਕੇ ਸਾਡਾ ਲੱਕ ਟੁੱਟ ਗਿਆ, ਇੰਨਾ ਢਾਉਂਦੇ ਸੀ। ਮੈਂ ਤਾਂ ਛਤਰਪੁਰ ਤੋਂ ਲਿਆਉਂਦਾ ਸੀ ਬਾਬਾ ਜੀ ਕੋ, ਬਿਆਸ ਸਰਕਾਰ ਤੋਂ। ਉੱਥੋਂ ਉਹਨਾਂ ਨੇ ਕਿਹਾ ਨਕੋਦਰ ਵਾਲਾ ਡੇਰਾ ਵੀ ਹੈ ਉੱਥੇ, ਤੁਸੀਂ ਉੱਥੇ ਬੇਟਾ ਉੱਥੇ ਵੀ ਜਿੱਥੇ ਡੇਰੇ ਆ ਉਹ ਖੋਲ੍ਹ ਦਿਓ। ਗੋਲਕ ਗਾਲਕ 'ਚ ਕੱਖ ਰਹਿਣਾ ਨਹੀਂ ਚਾਹੀਦਾ, ਸੰਗਤ ਦਾ ਪੈਸਾ ਸੰਗਤ ਲਈ। ਅਤੇ 3 ਮਹੀਨੇ ਲੰਗਰ ਖਿਲਾ ਕੇ ਇਸ ਤਰ੍ਹਾਂ ਹੀ ਸਾਰੇ ਬੀਜੇਪੀ ਦੇ ਕਾਰਿਆਕਰਤਾ ਸਾਰੇ ਆ ਗਏ ਮੰਦਰਾਂ 'ਚੋਂ, ਗੁਰਦੁਆਰਾ ਸਾਹਿਬ, ਬੰਗਲਾ ਸਾਹਿਬ, ਬਾਕੀ ਸਾਰੇ ਗੁਰੂ ਘਰ ਜਿੰਨੇ ਇੱਥੇ ਮੰਦਰਾਂ 'ਚੋਂ ਲੰਗਰ ਜਾਂਦੇ। ਲੇਕਿਨ ਸਾਰੇ ਦਾ ਸਾਰਾ ਕ੍ਰੈਡਿਟ ਕੇਜਰੀਵਾਲ ਸਾਹਿਬ ਲੈ ਜਾਂਦੇ। ਉਹ ਪਿਆਰਾ ਹੀ ਇੰਨਾ ਬੰਦਾ, ਉਹ ਲੋਕ ਯਕੀਨ ਹੀ, ਉਹ ਜਦੋਂ TV 'ਤੇ ਆਉਂਦੇ ਆ, ਇਤਨੀ ਮਾਸੂਮੀਅਤ ਜੀ ਨਾਲ ਉਹਨਾਂ ਨੇ ਕਿਹਾ ਕਿ ਮੈਨੇ ਇਤਨੇ ਲੱਖ ਕੋ ਲੰਗਰ ਖਿਲਾਇਆ, ਅਤੇ ਅਸੀਂ ਦੇਖਦੇ ਰਹਿ ਜਾਈਦਾ। ਸੋ ਉਹ ਤਾਂ ਹੈਗੇ ਬਹੁਤ ਵੱਡੇ ਐਕਟਰ, ਉਹ ਜੋ ਕਹਿੰਦੇ ਠੀਕ ਹੀ ਹੈ। ਕਿਸਾਨਾਂ ਵਾਲੇ ਬਾਰੇ ਤੁਸੀਂ ਕਹਿ ਰਹੇ ਕਿ ਜਿਹੜਾ ਹੈ ਉਹ, ਜਿਹੜੀ ਕਿਸਾਨਾਂ ਦੀ ਅਗਰ ਗੱਲ ਕਰੀਏ ਤਾਂ ਕਿਸਾਨਾਂ ਲਈ ਜੇ ਓਨੈਸਟ ਨੇ ਤਾਂ ਬਹੁਤ ਅੱਛੀ ਗੱਲ ਹੈ। ਜੇ ਓਨੈਸਟ ਨੇ ਅਤੇ ਜੇ ਅਨਾਊਂਸਮੈਂਟਾਂ ਹੀ ਕਰਨੀਆਂ ਜਾਂ ਉਹ ਫਿਰ ਆਪੇ ਮੀਆਂ ਕੀ ਹੁੰਦਾ, ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਹੈ। ਤੁਸੀਂ ਮੇਰੇ ਨਾਲ ਹੰਸ ਜਿਨ੍ਹਾਂ ਨੇ ਕਈ ਮੁੱਦਿਆਂ 'ਤੇ ਗੱਲਾਂ ਸਾਂਝੀਆਂ ਕੀਤੀਆਂ, ਕਿਸਾਨੀ ਮੁੱਦੇ 'ਤੇ ਨਾ ਕਿ ਮੈਂ ਰੈਡੀ ਹਾਂ, ਕੋਈ ਆ ਕੇ ਗੱਲਬਾਤ ਕਰੇ, ਮੈਂ ਪ੍ਰਧਾਨ ਮੰਤਰੀ ਮੋਦੀ JP ਨੱਡਾ ਨਾਲ ਗੱਲਬਾਤ ਕਰਨ ਨੂੰ ਰੈਡੀ ਹੈ, ਬਸ ਕਿਸਾਨ ਅੱਗੇ ਆਉਣ ਅਤੇ ਗੱਲਬਾਤ ਕਰਨ। ਦਿੱਲੀ ਤੋਂ ਕੈਮਰਾਮੈਨ ਲਕਸ਼ ਨਾਲ ਨਿਤਿਨ ਦੀਵਾਨ, ਦੈਨਿਕ ਸਵੇਰਾ TV।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठग्गां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84 374 94 647 84 374 94 648